ਕਾਜ ਨਾਲ ਜਦੋਂ ਤੁਸੀਂ ਗੰਭੀਰ ਨਾ ਹੋ, ਕਾਜ ਨਾਲ ਤੁਹਾਡੀ ਵਫਾ ਨਾਲ ਹੋਵੇ ਤੇ ਉਦੋਂ ਫਿਰ ਇਸ ਤਰ੍ਹਾਂ ਦੇ ਭਾਣੇ ਵਾਪਰਦੇ ਆ। ਸਿਮਰਜੀਤ ਸਿੰਘ ਮਾਨ ਦੇ ਘਰ ਜਾਣਾ, ਉਹਨੂੰ ਮਿਲਣਾ ਤੇ ਬਾਦਲ ਦਾ ਪੰਥਕ ਲੀਹ ਤੋਂ ਲੈ ਜਾਣਾ, ਤੇ ਇਹ ਗੱਲਾਂ ਕੁਛ ਮਿਲਾ ਕੇ ਦੇਖੀਏ ਤੇ ਮੈਂ ਸਮਝਦਾ ਦੁਬਾਰਾ ਸਿੱਖਾਂ ਲਈ ਇੱਕ ਮੁਸੀਬਤ ਖੜੀ ਕਰਨ ਵਾਲਾ ਸਿਸਟਮ ਜਿਹੜਾ ਆ ਸਕਦਾ ਹੈ। ਗਿਆਨੀ ਹਰਪ੍ਰੀਤ ਸਿੰਘ ਇਹਨੇ ਬੜੀ ਦਾਅਵੇ ਨਾਲ ਕਿਹਾ ਕਿ ਮੈਂ ਹਰੇਕ ਸਿੱਖ ਚਾਹੁੰਦਾ ਖਾਲਿਸਤਾਨ ਵੀ ਮਿਲੇ, ਤੇ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਬਾਦਲ ਕੀ ਚਾਹੁੰਦਾ। ਤੋ ਇਹ ਜੇ ਮੋਦੀ ਸਾਹਿਬ ਤੋਂ ਜਥੇਦਾਰ ਜੀ ਤੇ ਬਾਦਲ ਸਾਹਿਬ ਤੇ ਉਹਨਾਂ ਦੀ ਨੂੰਹ ਲਿਆ ਕੇ ਖਾਲਿਸਤਾਨ ਅਕਾਲ ਤਖਤ ਤੋਂ ਡਿਕਲੇਅਰ ਕਰ ਦੇਣ ਤੇ ਸਿੱਖਾਂ ਲਈ ਇੱਕ ਸੁਗਾਤ ਹੈ। ਇਹ ਬਾਦਲ ਭੱਠੀ ਬਾਲ ਰਿਹਾ ਰਾਜਨੀਤੀ ਦੀ, ਤੇ ਉਹਦੇ ਲਈ ਇਹਦੀ ਡਿਊਟੀ ਲਾਈ ਕਿ ਤੂੰ ਬਾਲਣ ਇਕੱਠਾ ਕਰ, ਉਹਦੇ ਵਿੱਚ ਪਾਉਣਾ। ਜਿਸ ਤਰ੍ਹਾਂ ਦੀਆਂ ਰਾਜਨੀਤਿਕ ਬਿਆਨ ਜਿਸ ਤਰ੍ਹਾਂ ਦੇ ਆਉਂਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਾਂ ਕਰਵਾਈਆਂ ਜਾਂਦੀਆਂ, ਕਿਤੇ ਨਾ ਕਿਤੇ ਵਾਕਈ ਇਹ ਹੋ ਸਕਦਾ? ਇਹ ਹੋ ਨਹੀਂ ਸਕਦਾ, ਹੋ ਰਿਹਾ। ਗੁਰਬਚਨ ਸਿੰਘ ਨੂੰ ਤੇ ਉਹ ਛਿੱਤਰ ਪੈਂਦੇ ਦਿਸੇ ਤੇ ਗੁਰਬਚਨ ਸਿੰਘ ਨੂੰ ਕੱਢਤਾ ਹੈ, ਹਰਪ੍ਰੀਤ ਲੈ ਆਂਦਾ। ਤੋ ਅਕਾਲ ਤਖਤ ਦਾ ਮਿਸਯੂਜ ਅਕਾਲੀ ਦਲ ਦਾ ਪ੍ਰਧਾਨ ਕਰੇ, ਤੋ ਇਹ ਅੱਜ ਨਵੀਂ ਗੱਲ ਨਹੀਂ, ਇਹ ਬੜੀ ਪੁਰਾਣੀ ਇਹਦੀ ਲੀਹ ਆ ਪ੍ਰਕਾਸ਼ ਸਿੰਘ ਬਾਦਲ ਦੀ। ਕੌਮ ਦਾ ਇਹਦੇ ਵਿੱਚ ਨੁਕਸਾਨ ਹੋ ਰਿਹਾ ਕਿਤੇ ਨਾ ਕਿਤੇ। ਕੌਮ ਸ੍ਰੀ ਅਕਾਲ ਤਖਤ ਸਾਹਿਬ ਤੇ ਬੜੀ ਸ਼ਰਧਾ ਹੈ ਕੌਮ ਦੀ, ਉੱਥੇ ਜਾ ਕੇ ਨਤਮਸਤਕ ਹੁੰਦੇ ਆ। ਜਿਸ ਤਰੀਕੇ ਦੇ ਜਥੇਦਾਰ ਸਾਹਿਬ ਦਾ ਹੁਕਮਨਾਮਾ ਆਉਂਦਾ ਹੈ ਉਹਨੂੰ ਸਿਰ ਮੱਥੇ ਲਿਆ ਜਾਂਦਾ ਹੈ। ਫਿਰ ਇਹ ਕਿਸ ਤਰੀਕੇ ਦੇ ਨਾਲ ਸੰਭਵ ਹੋਊਗਾ ਕਿ ਕੌਮ ਕਿਸ ਤੇ ਵਿਸ਼ਵਾਸ ਕਰੇ ਔਰ ਕਿਉਂ ਕਰੇ? ਪਹਿਲੇ ਦਿਨ ਸੀਐਮ ਦੀ ਸੀਟ ਤੇ ਚਾਰਜ ਲਿਆ, ਉਸ ਦਿਨ ਇਹਦੀ ਆਮਦਨ ਦੇ ਸਾਧਨ ਦਿੱਤੇ ਸਰੋਤ ਦੇਖੋ ਤੇ ਅੱਜ ਦੇਖੋ। ਉਸ ਦਿਨ ਪੰਜਾਬ ਦੇ ਸਾਧਨ ਦੇਖੋ ਤੇ ਅੱਜ ਪੰਜਾਬ ਦੇ ਸਾਧਨ ਕੀ ਰਹਿ ਗਏ ਦੇਖੋ। ਰਾਜਨੀਤਿਕ ਪਾਰਟੀ ਪਾਸੇ ਹੋ ਕਿਉਂ ਨਹੀਂ ਰਹੇ? ਵਿਰਾਮ ਲੱਗ ਰਿਹਾ, ਵਿਰਾਮ ਲੱਗਾ ਹੈ ਤੇ ਉਹ ਘਰ ਬੈਠੇ ਨੇ। ਦਸਮ ਪਾਤਸ਼ਾਹ ਤੇ ਕਹਿੰਦੇ ਨੇ ਕਿ ਧਰਮ ਹੇਤ ਗੁਰਦੇਵ ਪਠਾਏ, ਮੈਂ ਧਰਮ ਲਈ ਗੁਰਦੇਵ ਪਠਾਇਆ, ਆਪਣੇ ਪਿਤਾ ਨੂੰ ਭੇਜਿਆ ਦਿੱਲੀ ਨੂੰ। ਤੇ ਇੱਥੇ ਅੱਜ ਸਾਡਾ ਲੀਡਰ ਕਹਿੰਦਾ ਕਿ ਰਾਜ ਬਿਨਾਂ ਨਹੀਂ ਧਰਮ ਚੱਲਿਆ, ਪਹਿਲਾਂ ਰਾਜ ਦਿਓ ਫਿਰ ਮੈਂ ਧਰਮ ਚਲਾਊਂਗਾ। ਸਾਡੀ ਕੌਮ ਦਾ ਤੇ ਉਹੀ ਹਾਲ ਹੈ ਜਿਵੇਂ ਕੋਹਲੂ ਦੇ ਬੈਲ ਦਾ। ਜਦੋਂ ਵੀ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਆਉਂਦੇ ਆ, ਸੈਂਟਰ ਸਰਕਾਰ ਇਸ ਤਰੀਕੇ ਨਾਲ ਇਲੈਕਸ਼ਨ ਕਰਾਉਂਦੀ ਆ ਕਿ ਬਾਦਲ ਦੀ ਜਿੱਤ ਯਕੀਨੀ ਹੈ। ਤੁਹਾਡੇ ਵੱਲੋਂ ਅਗਵਾਈ ਕੀਤੀ ਜਾਏਗੀ ਕਿ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨੇ, ਇਲੈਕਸ਼ਨ ਆਉਣੇ, ਉਹਨਾਂ ਦੇ ਵਿੱਚ ਤੁਹਾਡੇ ਕੈਂਡੀਡੇਟ ਪਾਰਟੀ? ਬਿਲਕੁਲ ਬਿਲਕੁਲ। ਸਤਿ ਸ਼੍ਰੀ ਅਕਾਲ। ਵਿਜ਼ਨ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਆ ਤੁਹਾਡੇ ਨਾਲ ਰਵੀ ਸੰਗਰਾਹੁਰ। ਹਰ ਸਾਲ ਘੱਲੂਘਾਰਾ ਦਿਵਸ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਨਤਮਸਤਕ ਹੁੰਦੀਆਂ ਨੇ ਸੰਗਤਾਂ ਤੇ ਬੀਤਿਆ ਸਮਾਂ 84 ਦਾ ਦੌਰ ਜਿਹੜਾ ਅੱਜ ਵੀ ਜ਼ਖਮਾਂ ਨੂੰ ਕਿਤੇ ਨਾ ਕਿਤੇ ਅੱਲੇ ਕਰ ਦਿੰਦਾ ਹਰ ਸਾਲ ਆ ਕੇ। ਤਾਂ ਸੰਗਤਾਂ ਨਤਮਸਤਕ ਹੁੰਦੀਆਂ ਤੇ ਪ੍ਰਮਾਤਮਾ ਅੱਗੇ ਦੁਆ ਕਰਦੀਆਂ ਨੇ ਕਿ ਅਜਿਹਾ ਦੌਰ ਦੁਬਾਰਾ ਨਾ ਵਾਪਰੇ। ਪਰ ਜਦੋਂ ਹੀ ਇਹ ਦਿਵਸ ਆਉਂਦਾ ਹੈ ਤਾਂ ਕੋਈ ਨਾ ਕੋਈ ਇਸ ਤਰੀਕੇ ਦੀ ਗੱਲਬਾਤ ਜਾਂ ਬਿਆਨ ਇਸ ਤਰੀਕੇ ਦੇ ਸਾਹਮਣੇ ਆ ਜਾਂਦੇ ਆ ਕਿ ਚਰਚਾਵਾਂ ਛਿੜ ਜਾਂਦੀਆਂ, ਵਿਵਾਦ ਵੀ ਪੈਦਾ ਹੋ ਜਾਂਦੇ ਆ। ਇਸ ਸਾਲ ਵੀ ਕੁਝ ਅਜਿਹਾ ਹੀ ਹੋਇਆ। ਘੱਲੂਘਾਰਾ ਦਿਵਸ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਬਿਆਨ ਦਿੱਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਸਿੱਖਾਂ ਨੂੰ ਖਾਲਿਸਤਾਨ ਦਿੰਦੀ ਹੈ ਤਾਂ ਉਹ ਮਨਾ ਨਹੀਂ ਕਰਨਗੇ। ਇਸੇ ਤਰ੍ਹਾਂ ਦਾ ਹੀ ਹਾਮੀ ਜਿਹੜੀ ਆ ਉਹ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਵੱਲੋਂ ਵੀ ਭਰੀ ਗਈ ਸੀ ਕਿ ਕੋਈ ਵੀ ਸਿੱਖ ਕਦੇ ਮਨਾ ਨਹੀਂ ਕਰੂਗਾ ਜੇ ਕੇਂਦਰ ਸਰਕਾਰ ਕਹੇ ਕਿ ਤੁਸੀਂ ਆਪਣਾ ਵੱਖਰਾ ਰਾਜ ਸਥਾਪਿਤ ਕਰ ਸਕਦੇ ਹੋ। ਤਾਂ ਇਸ ਬਿਆਨ ਨੂੰ ਲੈ ਕੇ ਬਹੁਤ ਸਾਰੇ ਰਾਜਨੀਤਿਕ ਪ੍ਰਤੀਕਰਮ ਆਉਂਦੇ ਆ। ਬਹੁਤ ਸਾਰੇ ਸਿੱਖ ਸੰਗਠਨ ਨੇ ਜਿਹੜੇ ਕਿਤੇ ਨਾ ਕਿਤੇ ਇਸ ਬਿਆਨ ਦੇ ਪੱਖ ਵਿੱਚ ਖੜ੍ਹਦੇ ਵੀ ਨਜ਼ਰ ਆਉਂਦੇ ਆ। ਪਰ ਦਲ ਖਾਲਸਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਸ ਦੀ ਕਿਤੇ ਨਾ ਕਿਤੇ ਆਲੋਚਨਾ ਵੀ ਕੀਤੀ ਹੈ ਇਸ ਬਿਆਨ ਦੀ। ਤਾਂ ਪੂਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਖਾਲਸਾ ਸਾਡੇ ਨਾਲ ਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਵਿਜ਼ਨ ਪੰਜਾਬ ਟੀਵੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ, ਚਰਚਾਵਾਂ ਹਰ ਸਾਲ ਛਿੜ ਜਾਂਦੀਆਂ, ਚਾਹੇ ਆਪਾਂ ਗੱਲਬਾਤ ਬੀਤੇ ਦੌਰ ਦੀ ਕਰੀਏ
ਤਾਂ ਇੱਕ ਸਮਾਂ ਇਦਾਂ ਦਾ ਵੀ ਸੀਗਾ ਕਿ ਦਰਬਾਰ ਸਾਹਿਬ ਲੋਕ ਜਾ ਕੇ ਸੰਤੁਸ਼ਟੀ ਮਿਲਦੀ ਸੀ ਹੁਣ ਵੀ ਲੋਕਾਂ ਨੂੰ, ਤੇ ਪਰ ਕਿਤੇ ਨਾ ਕਿਤੇ ਉੱਥੇ ਜਾ ਕੇ ਤਲਵਾਰਾਂ ਵੀ ਚੱਲ ਪੈਂਦੀਆਂ ਹੁੰਦੀਆਂ। ਇਸ ਤਰ੍ਹਾਂ ਦਾ ਦੌਰ ਵੀ ਸਾਨੂੰ ਦੇਖਣ ਨੂੰ ਮਿਲਿਆ। ਤੇ ਇਸ ਸਾਲ ਵੀ ਜਿਹੜਾ ਬਿਆਨ ਇੱਕ ਇਦਾਂ ਦਾ ਆਇਆ ਤੇ ਉਹਨੇ ਵਿਵਾਦ ਛੇੜਤਾ, ਜਦ ਕਿ ਨਤਮਸਤਕ ਹੋਣਾ ਬਣਦਾ ਸੀ ਉੱਥੇ, ਸਿੱਖ ਜਗਤ ਦੇ ਭਲੇ ਦੀ ਗੱਲ ਕਰਨੀ ਬਣਦੀ ਸੀਗੀ। ਤਾਂ ਵਿਵਾਦ ਨੂੰ ਤੁਸੀਂ ਕਿਵੇਂ ਦੇਖਦੇ ਹੋ? ਖਾਲਿਸਤਾਨ ਦਾ ਬਿਆਨ ਜਿਹੜਾ ਕਿਤੇ ਨਾ ਕਿਤੇ ਆਇਆ, ਇਹਨੂੰ ਕਿਵੇਂ ਦੇਖਦੇ ਹੋ? ਕਾਜ ਨਾਲ ਜਦੋਂ ਤੁਸੀਂ ਗੰਭੀਰ ਨਾ ਹੋ, ਕਾਜ ਨਾਲ ਤੁਹਾਡੀ ਵਫਾ ਨਾਲ ਹੋਵੇ, ਤੇ ਉਦੋਂ ਫਿਰ ਇਸ ਤਰ੍ਹਾਂ ਦੇ ਭਾਣੇ ਵਾਪਰਦੇ ਆ। ਤਾਂ ਮੈਂ ਮਹਿਸੂਸ ਕਰਦਾ, ਮੈਂ ਜੋ ਕੁਛ ਵੀ ਇਹਦਾ ਬਿਆਨ ਸੁਣਿਆ ਜਾਂ ਪੜ੍ਹਿਆ ਹਰਪ੍ਰੀਤ ਸਿੰਘ ਦਾ, ਉਹਨੂੰ ਥੋੜ੍ਹਾ ਜਿਹਾ ਪਿੱਛੇ ਲਿਜਾ ਕੇ ਦੇਖੀਏ ਤੇ ਗੋਬਿੰਦ ਸਿੰਘ ਲੌਂਗੋਵਾਲ ਦਾ ਸਿਮਰਜੀਤ ਸਿੰਘ ਮਾਨ ਦੇ ਘਰ ਜਾਣਾ, ਉਹਨੂੰ ਮਿਲਣਾ, ਤੇ ਬਾਦਲ ਦਾ ਪੰਥਕ ਲੀਹ ਤੋਂ ਲੈ ਜਾਣਾ, ਤੇ ਇਹ ਗੱਲਾਂ ਕੁਛ ਮਿਲਾ ਕੇ ਦੇਖੀਏ ਤੇ ਮੈਂ ਸਮਝਦਾ ਦੁਬਾਰਾ ਸਿੱਖਾਂ ਲਈ ਇੱਕ ਮੁਸੀਬਤ ਖੜੀ ਕਰਨ ਵਾਲਾ ਸਿਸਟਮ ਜਿਹੜਾ ਆ ਸਕਦਾ ਹੈ। ਜਿਹੜਾ ਕਿੱਸਾ ਪਿਟਿਆ ਲੀਡਰ ਸਾਡਾ ਪ੍ਰਕਾਸ਼ ਸਿੰਘ ਬਾਦਲ ਕੁਛ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਸਕਦਾ। ਬਟ ਜੇ ਇਹ ਗੰਭੀਰ ਆ, ਆਪਣਾ ਹਰਪ੍ਰੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਇਹਨੇ ਬੜੀ ਦਾਅਵੇ ਨਾਲ ਕਿਹਾ ਕਿ ਮੈਂ ਹਰੇਕ ਸਿੱਖ ਚਾਹੁੰਦਾ ਖਾਲਿਸਤਾਨ ਵੀ ਮਿਲੇ, ਤੇ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਬਾਦਲ ਕੀ ਚਾਹੁੰਦਾ। ਬਾਦਲ ਨੇ ਇਹਨੂੰ ਅਪੁਆਇੰਟ ਕੀਤਾ, ਤੇ ਬਾਦਲ ਕੀ ਚਾਹੁੰਦਾ, ਉਹਦਾ ਪੁੱਤਰ ਕੀ ਚਾਹੁੰਦਾ, ਉਹਦੀ ਨੂੰਹ ਕੀ ਚਾਹੁੰਦੀ ਆ, ਤੇ ਉਹਦੇ ਪ੍ਰਤੀ ਇਹ ਜਵਾਬਦੇਹ ਵੀ ਆ। ਤੋ ਇਹ ਕਿਤੇ ਨਾ ਕਿਤੇ ਮੈਂ ਤੇ ਪਰਮਾਤਮਾ ਅੱਗੇ ਅਰਦਾਸ ਕਰੂੰਗਾ ਕਿ ਇਹਨਾਂ ਦੇ ਸ਼ਬਦ ਪੂਰੇ ਹੋ ਜਾਣ। ਤੋ ਜਿਹੜੀ ਕੌਮ 40 ਸਾਲ ਤੋਂ ਰੁਲਦੀ ਪਈ ਹੈ, ਧੱਕੇ ਖਾਂਦੀ ਪਈ ਹੈ, ਬਹੁਤ ਨੁਕਸਾਨ ਕਰਵਾ ਬੈਠੀ ਆ। ਹੋ ਸਕਦਾ ਮੋਦੀ ਸਾਹਿਬ ਨੂੰ ਉੱਤੇ ਤਰਸ ਆ ਗਿਆ ਹੋਵੇ, ਮੋਦੀ ਸਾਹਿਬ ਇਹਨਾਂ ਦੇ ਪਾਰਟਨਰ ਨੇ। ਤੋ ਇਹ ਜੇ ਮੋਦੀ ਸਾਹਿਬ ਤੋਂ ਜਥੇਦਾਰ ਜੀ ਤੇ ਬਾਦਲ ਸਾਹਿਬ ਤੇ ਉਹਨਾਂ ਦੀ ਨੂੰਹ ਲਿਆ ਕੇ ਖਾਲਿਸਤਾਨ ਅਕਾਲ ਤਖਤ ਤੋਂ ਡਿਕਲੇਅਰ ਕਰ ਦੇਣ ਤੇ ਸਿੱਖਾਂ ਲਈ ਇੱਕ ਸੁਗਾਤ ਆ, ਤੋਹਫਾ। ਤੇ ਜੇ ਨਹੀਂ ਤੇ ਫਿਰ ਇਹ ਬਾਦਲ ਭੱਠੀ ਬਾਲ ਰਿਹਾ ਰਾਜਨੀਤੀ ਦੀ, ਤੇ ਉਹਦੇ ਲਈ ਇਹਦੀ ਡਿਊਟੀ ਲਾਈ ਕਿ ਤੂੰ ਬਾਲਣ ਇਕੱਠਾ ਕਰ, ਉਹਦੇ ਵਿੱਚ ਪਾਉਣਾ। ਜੱਦਾ ਸਾਹਿਬ, ਜਾਣੀ ਕਿਤੇ ਨਾ ਕਿਤੇ ਤੁਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਹੁੰਦੇ ਮੈਨੂੰ ਨਜ਼ਰ ਆ ਰਹੇ ਹੋ ਕਿ ਜਿਸ ਤਰ੍ਹਾਂ ਦੀਆਂ ਰਾਜਨੀਤਿਕ ਬਿਆਨ ਜਿਸ ਤਰ੍ਹਾਂ ਦੇ ਆਉਂਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਾਂ ਕਰਵਾਈਆਂ ਜਾਂਦੀਆਂ, ਕਿਤੇ ਨਾ ਕਿਤੇ ਵਾਕਈ ਇਹ ਹੋ ਸਕਦਾ? ਇਹ ਹੋ ਨਹੀਂ ਸਕਦਾ, ਹੋ ਰਿਹਾ ਹੈ। ਤੇ ਉਹ ਬਾਦਲ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਇਹ ਉਹਨੇ ਵਰਤ ਲਿਆ ਹੈ ਗੁਰਬਚਨ ਸਿੰਘ ਨੂੰ, ਤੇ ਉਹ ਛਿੱਤਰ ਪੈਂਦੇ ਦਿਸੇ ਤੇ ਗੁਰਬਚਨ ਸਿੰਘ ਨੂੰ ਕੱਢਤਾ ਹੈ ਹਰਪ੍ਰੀਤ ਲੈ ਆਂਦਾ। ਤੋ ਹਰਪ੍ਰੀਤ ਦੀ ਵਜ੍ਹਾ ਨਾਲ ਜੇ ਕੌਮ ਛਿੱਤਰ ਮਾਰੂਗੀ ਤੇ ਇਹਨੂੰ ਕੱਢ ਦੂਗਾ, ਹੋਰ ਕੋਈ ਲੈ ਆਊਗਾ। ਤੇ ਅਸੀਂ 22 ਸਾਲ ਤੋਂ ਦੇਖ ਰਹੇ ਹਾਂ, 20-22 ਸਾਲ ਤੋਂ ਦੇਖ ਰਹੇ ਹਾਂ। ਤੋ ਅਕਾਲ ਤਖਤ ਦਾ ਮਿਸਯੂਜ ਅਕਾਲੀ ਦਲ ਦਾ ਪ੍ਰਧਾਨ ਕਰੇ, ਤੋ ਇਹ ਅੱਜ ਨਵੀਂ ਗੱਲ ਨਹੀਂ, ਇਹ ਬੜੀ ਪੁਰਾਣੀ ਇਹਦੀ ਲੀਹ ਆ ਪ੍ਰਕਾਸ਼ ਸਿੰਘ ਬਾਦਲ ਦੀ। ਇਹ ਸਾਡਾ ਧਰਮ ਸੀਗਾ, ਬੜਾ ਬੇਸ਼ਕੀਮਤ ਉਹਦੇ ਸਿਧਾਂਤ ਸਨ, ਇਸ ਬੰਦੇ ਨੇ ਰੋਲ ਦਿੱਤੇ। ਅੱਜ ਸਾਡੀ ਇੱਕ ਧਾਰਮਿਕ ਪਾਰਟੀ ਸੀ ਜਿਹਨੂੰ ਇੱਕ ਲਹਿਰ ਕਹਿ ਸਕਦੇ ਸੀ, ਅਕਾਲੀ ਦਲ ਨੂੰ ਇੱਕ ਲਹਿਰ ਕਹਿ ਸਕਦੇ, ਉਹ ਅੱਜ ਉਸ ਨੂੰ ਇਹਨੇ ਮਿੱਟੀ 'ਚ ਰੋਲ ਦਿੱਤਾ। ਅੱਜ ਉਹਨੂੰ ਆਪੋਜੀਸ਼ਨ 'ਚ ਵੀ ਥਾਂ ਨਹੀਂ ਰਹਿ ਗਈ। ਤੋ ਉਹਦੀ ਕੀਮਤ ਅਦਾ ਕਰਨੀ ਪਈ ਸਿੱਖਾਂ ਨੂੰ ਅਕਾਲ ਤਖਤ ਦੇ ਰੂਪ ਵਿੱਚ। ਨੌਜਵਾਨ ਹਜ਼ਾਰਾਂ ਦੀ ਗਿਣਤੀ 'ਚ ਗੋਲੀਆਂ ਮਾਰ ਕੇ ਨਹਿਰਾਂ 'ਚ ਰੋੜੇ, ਸਿਵਿਆਂ 'ਚ ਸਾੜ ਦਿੱਤੇ ਬੇਨਾਮੀ ਕਹਿ ਕੇ। ਤੋ ਹਿੰਦੁਸਤਾਨ ਦੀਆਂ ਗਲੀਆਂ ਸਾਡੀ ਪੱਤ ਰੁਲੀ, ਸਾਡਾ ਬੇਸ਼ਕੀਮਤ ਨੁਕਸਾਨ ਹੋਇਆ ਹਰਿਮੰਦਰ ਸਾਹਿਬ ਦਾ, ਅਕਾਲ ਤਖਤ ਸਾਹਿਬ ਦਾ। ਤੋ ਜਿਹੜੇ ਫੌਜੀ ਸੀ ਵਿਚਾਰੇ ਉਹ ਰੁਲੇ, ਉਹ ਜਿਨ੍ਹਾਂ ਨੂੰ ਇਸੇ ਬਾਦਲ ਨੇ ਇਹ ਕਹਿ ਕੇ ਕਿ ਹਿੰਦੁਸਤਾਨ ਦੇ ਤਖਤ ਦੀ ਅਕਾਲ ਤਖਤ ਨਾਲ ਲੜਾਈ ਅਤੇ ਫੌਜਾਂ ਆ ਗਈਆਂ ਤੁਹਾਡੇ ਹਰਿਮੰਦਰ ਸਾਹਿਬ ਨੂੰ ਢਾਹ ਰਹੀਆਂ ਅਤੇ ਤੁਸੀਂ ਬੈਰਕਾਂ ਛੱਡ ਕੇ ਆ ਜਾਓ। ਅਤੇ ਉਹਨਾਂ ਨੇ ਜਜ਼ਬਾਤੀ ਹੋ ਕੇ ਉਹ ਬੈਰਕਾਂ ਛੱਡੀਆਂ, ਉਹ ਵਿਚਾਰੇ ਰੁਲ ਗਏ। ਅਤੇ ਇਹਨੇ ਰਾਜ ਦਵਾਇਆ ਆਪਣੇ ਪੁੱਤ ਨੂੰ। ਸਿਵੇ ਸੜੇ ਜਲੇ ਸਿੱਖਾਂ ਦੇ ਬੱਚਿਆਂ ਦੇ ਅਤੇ ਰੋਟੀਆਂ ਸੇਕੀਆਂ ਇਸ ਬਾਦਲ ਨੇ। ਇਸ ਬਾਦਲ ਨੂੰ ਕੋਈ ਦਰਦ ਨਹੀਂ ਜੇ ਸਿੱਖ ਮਰ ਜਾਣ, ਪਰ ਇਹਨੂੰ ਰਾਜ ਮਿਲ ਜਾਏ। ਇਸ ਨੂੰ ਕੋਈ ਦਰਦ ਨਹੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਪਵਿੱਤਰ ਆਤਮਾ ਗੁਰੂ ਗ੍ਰੰਥ ਸਾਹਿਬ ਨੂੰ ਕੁਰਬਾਨ ਕਰ ਸਕਦਾ ਹੈ। ਇਹ ਜੇ ਉਹਨੂੰ ਵੋਟ ਮਿਲ ਜਾਣ ਰਾਮ ਰਹੀਮ ਤੋਂ, ਉਹਦੀ ਯਾਰੀ ਤੋਂ ਕੁਰਬਾਨ ਕਰ ਸਕਦਾ। ਤੋ ਅਸੀਂ ਪਿੱਛੇ ਦੇਖ ਚੁੱਕੇ ਹਾਂ। ਤੋ ਉਹਦੇ ਲਈ ਇਹ ਹਰਪ੍ਰੀਤ ਵਿਚਾਰਾ ਕੀ ਚੀਜ਼ ਹੈ, ਉਹਨੂੰ ਦਾਅ 'ਤੇ ਲਾ ਕੇ ਉਹਨੂੰ ਹਾਂ। ਸਰ,
ਕੌਮ ਨੂੰ ਜੇ ਆਪਾਂ ਇਹਦੇ ਵਿੱਚ ਇਨਵੋਲਵ ਕਰੀਏ, ਤੁਹਾਡੇ ਮੁਤਾਬਕ ਇੱਕ ਰਾਜਨੀਤਿਕ ਪਾਰਟੀ ਧਰਮ ਦਾ ਜਿਹੜਾ ਫਾਇਦਾ ਉਹ ਗਲਤ ਤਰੀਕੇ ਦੇ ਨਾਲ ਉਠਾ ਰਹੀ ਹੈ, ਪਰ ਕੌਮ ਦਾ ਇਹਦੇ ਵਿੱਚ ਨੁਕਸਾਨ ਹੋ ਰਿਹਾ ਕਿਤੇ ਨਾ ਕਿਤੇ। ਕੌਮ ਸ੍ਰੀ ਅਕਾਲ ਤਖਤ ਸਾਹਿਬ ਤੇ ਬੜੀ ਸ਼ਰਧਾ ਹੈ ਕੌਮ ਦੀ, ਉੱਥੇ ਜਾ ਕੇ ਨਤਮਸਤਕ ਹੁੰਦੇ ਆ। ਜਿਸ ਤਰੀਕੇ ਦੇ ਜਥੇਦਾਰ ਸਾਹਿਬ ਦਾ ਹੁਕਮਨਾਮਾ ਆਉਂਦਾ ਹੈ ਉਹਨੂੰ ਸਿਰ ਮੱਥੇ ਲਿਆ ਜਾਂਦਾ ਹੈ। ਫਿਰ ਇਹ ਕਿਸ ਤਰੀਕੇ ਦੇ ਨਾਲ ਸੰਭਵ ਹੋਊਗਾ ਕਿ ਕੌਮ ਕਿਸ ਤੇ ਵਿਸ਼ਵਾਸ ਕਰੇ ਔਰ ਕਿਉਂ ਕਰੇ? ਅਸਲ 'ਚ ਵਿਸ਼ਵਾਸ ਕਰਨ ਵਾਲੀ ਘਾੜੀ ਨਾ ਹੈ ਨਹੀਂ ਗਈ ਸਿੱਖਾਂ 'ਚ। ਮੈਂ ਉਹੀ ਗੱਲ ਤੁਹਾਨੂੰ ਦੱਸ ਰਿਹਾ ਕਿ ਅਕਾਲ ਤਖਤ ਦਾ ਬਹੁਤ ਨੁਕਸਾਨ ਕੀਤਾ ਇਸ ਪ੍ਰਕਾਸ਼ ਸਿੰਘ ਬਾਦਲ ਨੇ। ਇਹ ਆਪਣੀ ਸੱਤਾ ਲੈਣ ਲਈ ਮਿਸਯੂਜ਼ ਕੀਤਾ ਉਹਦਾ। ਇੱਥੇ ਮਰਜੀਵੜੇ ਬਣਾਏ ਗਏ ਅਕਾਲ ਤਖਤ ਤੋਂ, ਮਰਜੀਵੜੇ ਮਰੇ, ਪਰ ਇੱਕ ਵੀ ਡਿਮਾਂਡ ਪੂਰੀ ਨਹੀਂ ਜੇ ਹੋਈ। ਤੇ ਉਹ ਹੋਈ ਹਰਿਮੰਦਰ ਸਾਹਿਬ ਦਾ ਕੀਰਤਨ ਰਿਲੇਅ ਹੋਵੇ ਤੇ ਆਲ ਵਰਲਡ ਦੇਖੇ। ਉਹ ਇਹਨੇ ਨਿੱਜੀ ਆਪਣੀ ਕੰਪਨੀ ਬਣਾ ਕੇ ਪੀਟੀਸੀ ਨੂੰ ਸੌਂਪਤਾ, ਆਪ ਪੈਸੇ ਕਮਾ ਰਿਹਾ। ਤੋ ਧਰਮ ਦੇ ਵਿੱਚ ਫੱਕਾ ਨਹੀਂ ਛੱਡਿਆ ਬਾਦਲ ਨੇ। ਸਾਡੀ ਪੰਜਾਬ ਦੀ ਸਟੇਟ ਦੇ ਪੱਲੇ ਫੱਕਾ ਨਹੀਂ ਛੱਡਿਆ, ਕਰਜ਼ਾਈ ਕਰਕੇ ਛੱਡੀ। ਅੱਜ ਅਸੀਂ ਨਹੀਂ ਕਹਿ ਸਕਦੇ ਕਿ ਪੋਲੀਟੀਕਲ ਤੌਰ ਤੇ ਅਸੀਂ ਕੁਝ ਸਰਵਾਈਵ ਕਰ ਸਕਦੇ ਹਾਂ ਜਾਂ ਸਾਡੀ ਸਟੇਟ ਕੋਈ ਤਰੱਕੀ ਕਰ ਸਕਦੀ ਹੈ। ਅਸੀਂ ਰੁਲ ਗਏ। ਸਾਡੇ ਬੱਚੇ ਜਿਹੜੇ ਨੇ ਬਾਹਰ ਭੱਜ ਰਹੇ ਨੇ ਕੈਨੇਡਾ ਨੂੰ ਸਿਰ ਮੂੰਹ ਬਣਾ ਕੇ ਕਿ ਇੱਥੇ ਕੁਝ ਨਹੀਂ ਹੈਗਾ, ਨਾ ਬਿਜ਼ਨਸ ਨਾ ਨੌਕਰੀ। ਤੋ ਇਹ ਦੇਣ ਸਾਰੀ ਪ੍ਰਕਾਸ਼ ਸਿੰਘ ਬਾਦਲ ਦੀ ਹੈ। ਤੋ ਪ੍ਰਕਾਸ਼ ਸਿੰਘ ਬਾਦਲ ਨੇ ਪਰਿਵਾਰ ਪਾਲਿਆ। ਪ੍ਰਕਾਸ਼ ਸਿੰਘ ਬਾਦਲ ਨੇ ਜਿੱਦਣ ਪਹਿਲੇ ਦਿਨ ਸੀਐਮ ਦੀ ਸੀਟ ਤੇ ਚਾਰਜ ਲਿਆ, ਉਸ ਦਿਨ ਇਹਦੀ ਆਮਦਨ ਦੇ ਸਾਧਨ ਦਿੱਤੇ ਸਰੋਤ ਦੇਖੋ ਤੇ ਅੱਜ ਦੇਖੋ। ਉਸ ਦਿਨ ਪੰਜਾਬ ਦੇ ਸਾਧਨ ਦੇਖੋ ਤੇ ਅੱਜ ਪੰਜਾਬ ਦੇ ਸਾਧਨ ਕੀ ਰਹਿ ਗਏ ਦੇਖੋ, ਤਾਂ ਤੁਹਾਨੂੰ ਪਤਾ ਲੱਗੂ ਇਹ ਬੰਦਾ ਸਾਡਾ ਕਿੰਨਾ ਨੁਕਸਾਨ ਕਰ ਗਿਆ। ਫਿਰ ਇਸ ਚੀਜ਼ ਨੂੰ ਵਿਰਾਮ ਕਿਉਂ ਨਹੀਂ ਲੱਗ ਰਿਹਾ ਜਥੇਦਾਰ ਸਾਹਿਬ? ਲਗਾਤਾਰ ਤੁਸੀਂ ਵੀ ਆਪਣੀ ਹਰ ਸਟੇਜ ਤੇ ਇਹ ਚੀਜ਼ਾਂ ਜਿਹੜੀਆਂ ਨਸ਼ਰ ਕਰਦੇ ਹੋ, ਸਿਸਟਮ ਦੇ ਵਿੱਚ ਰਹਿ ਕੇ ਆਏ ਹੋ, ਤੁਸੀਂ ਉਹਨਾਂ ਚੀਜ਼ਾਂ ਦਾ ਆਪਣਾ ਤਜਰਬਾ ਲੋਕਾਂ ਦੇ ਨਾਲ ਸਾਂਝਾ ਕਰਦੇ ਹੋ, ਸੰਗਤਾਂ ਨੂੰ ਅਵੇਅਰ ਕਰਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ। ਵਿਰਾਮ ਕਿਉਂ ਨਹੀਂ ਲੱਗਦਾ ਪਿਆ ਇਸ ਚੀਜ਼ ਨੂੰ? ਰਾਜਨੀਤਿਕ ਪਾਰਟੀ ਪਾਸੇ ਹੋ ਕਿਉਂ ਨਹੀਂ ਰਹੀ? ਵਿਰਾਮ ਲੱਗ ਰਿਹਾ, ਵਿਰਾਮ ਲੱਗਾ ਹੈ ਤੇ ਉਹ ਘਰ ਬੈਠੇ ਨੇ। ਲੇਕਿਨ ਇਹਦੇ ਆਪੋਜਿਟ ਜਿਹੜੀ ਪੰਥਕ ਲੀਡਰਸ਼ਿਪ ਆ, ਉਹਦੀ ਘਾਟ ਹੋਣ ਕਰਕੇ, ਪੰਥਕ ਪ੍ਰਣਾਲੀ ਜਿਹੜੀ ਆ ਉਹਨੂੰ ਅਪਣਾਉਣ ਵਾਲੇ ਲੀਡਰਾਂ ਦੀ ਘਾਟ ਹੋਣ ਕਰਕੇ, ਤਿਆਗ ਵਾਲੇ ਲੀਡਰਾਂ ਦੀ ਘਾਟ ਹੋਣ ਕਰਕੇ, ਤਿਆਗੀ ਲੀਡਰ ਜਿਹੜੇ ਜਿਨ੍ਹਾਂ ਨੂੰ ਇਹ ਇੱਛਾ ਹੋਵੇ ਕਿ ਪੰਥ ਵਸੇ ਮੈਂ ਉਜਣਾ, ਦਸਮ ਪਾਤਸ਼ਾਹ ਦੀ ਭਾਵਨਾ ਦੇ ਅਨੁਕੂਲ ਹੋਵੇ। ਤੇ ਇਹ ਦਸਮ ਪਾਤਸ਼ਾਹ ਤੇ ਕਹਿੰਦੇ ਨੇ ਕਿ ਧਰਮ ਹੇਤ ਗੁਰਦੇਵ ਪਠਾਏ, ਮੈਂ ਧਰਮ ਲਈ ਗੁਰਦੇਵ ਪਠਾਇਆ, ਆਪਣੇ ਪਿਤਾ ਨੂੰ ਭੇਜਿਆ ਦਿੱਲੀ ਨੂੰ। ਤੇ ਇੱਥੇ ਅੱਜ ਸਾਡਾ ਲੀਡਰ ਕਹਿੰਦਾ ਕਿ ਰਾਜ ਬਿਨਾਂ ਨਹੀਂ ਧਰਮ ਚੱਲਿਆ ਹੈ, ਪਹਿਲਾਂ ਰਾਜ ਦਿਓ ਫਿਰ ਮੈਂ ਧਰਮ ਚਲਾਊਂਗਾ। ਤੋ ਸਾਡੀ ਭਾਵਨਾ ਉਲਟੀ ਹੋ ਗਈ। ਅਸੀਂ ਆਪਣੇ ਮਕਸਦ ਲਈ ਆਪਣੀ ਮਰਜ਼ੀ ਦੇ ਅਰਥ ਕੱਢਦੇ ਹਾਂ। ਤੋ ਇਹਦੇ ਵਿੱਚ ਜਿਹੜੀ ਤਿਆਗ ਵਾਲੀ ਲੀਡਰਸ਼ਿਪ ਸੀ, ਉਹ ਸਾਡੀ ਇਸ ਜਿਹੜੀ ਬਾਦਲ ਵਾਲੀ ਪੀੜ੍ਹੀ ਆ ਇਹਨੇ ਪੈਦਾ ਨਹੀਂ ਹੋਣ ਦਿੱਤੀ। ਸਾਡੀ ਜਿਹੜੀ ਬੜੇ ਵਧੀਆ ਇੱਕ ਜਮਾਤ ਸੀਗੀ ਸਿੱਖ ਸਟੂਡੈਂਟ ਫੈਡਰੇਸ਼ਨ, ਜਿਹਦੇ ਵਿੱਚ ਮੈਚਿਓਰਟੀ ਆਉਂਦੀ ਸੀ ਬੱਚਿਆਂ 'ਚ ਤੇ ਰਾਜਨੀਤੀ ਆਉਂਦੀ ਸੀ, ਉਹ ਕੈਂਪ ਲੱਗਦੇ ਸੀ ਗੁਰਮਤ ਦੇ, ਉਹ ਸਭ ਇਹਨੇ ਖਤਮ ਨਸ਼ਟ ਕਰ ਦਿੱਤੀ। ਇੱਕ ਹਰਿਆਵਲ ਦਸਤਾ ਸੀ ਸਿੱਖ ਕੌਮ ਦਾ, ਉਹ ਇਹਨੇ ਨਸ਼ਟ ਕਰ ਦਿੱਤੀ। ਜਿਹ 'ਚ ਪੜ੍ਹੇ ਲਿਖੇ ਬੱਚੇ ਜਿਹੜੇ ਆ ਨਾ, ਇਹ 'ਚ ਬਹੁਤ ਪੁਰਾਣੇ ਜਿਹੜੇ ਅੱਜ ਵੀ ਸਾਡੀ ਫੀਲਡ ਦੇ ਵਿੱਚ ਬਹੁਤ ਲੋਕ ਦੇਖਦੇ ਨੇ ਜਿਹੜੇ ਮੈਚਿਓਰ ਨੇ ਰਾਜਨੀਤੀ 'ਚ, ਉਹ ਫੈਡਰੇਸ਼ਨ ਨੇ ਦਿੱਤੇ, ਪਰ ਇਹਨੇ ਨਸ਼ਟ ਕਰ ਦਿੱਤੀ। ਅੱਜ ਅਕਾਲੀ ਦਲ ਜਿਹੜਾ ਉਹਦੀ ਡੈਮੋਕ੍ਰੇਸੀ ਖਤਮ ਹੋ ਗਈ, ਉਹਦੀ ਕੰਪਨੀ ਬਣ ਗਈ। ਤੇ ਅਕਾਲੀ ਦਲ ਦਾ ਨਾਂ ਜਿਹੜਾ ਸਾਡੇ ਪੁਰਾਤਨ ਸਿੱਖਾਂ ਨੇ ਦਿੱਤਾ ਤੇ ਇੱਕ ਜਦੋ ਜਹਿਦ ਕਰਕੇ ਇੱਕ ਜਮਾਤ ਬਣਾਈ ਜਿਹੜੀ ਪ੍ਰਵਾਨ ਚੜ੍ਹੀ ਸਿੱਖਾਂ 'ਚ, ਉਸ ਜਮਾਤ 'ਤੇ ਮੁਕੰਮਲ ਕਬਜ਼ਾ ਇੱਕ ਪਰਿਵਾਰ ਦਾ ਤੇ ਉਹਦੇ ਕੁੜਮਾਂ ਦਾ। ਤੋ ਸਾਡੇ ਤੋਂ ਅਕਾਲੀ ਦਲ ਲੈ ਗਏ, ਸਾਡੇ ਤੋਂ ਖਾਲਸਾ ਕਾਲਜ ਲੈ ਗਏ, ਸਾਡੇ ਤੋਂ ਕਮੇਟੀ ਲੈ ਗਏ, ਸਾਡੇ ਤੋਂ ਅਕਾਲ ਤਖਤ ਲੈ ਗਏ। ਅੱਜ ਕੌਮ ਜਿਹੜੀ ਆ ਵਿਛੀ ਪਈ ਆ। ਅੱਜ ਸੈਂਟਰ ਸਰਕਾਰ ਇਲੈਕਸ਼ਨ ਨਹੀਂ ਕਰਵਾ ਰਹੀ SGPC ਦੇ, ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਅੱਜ ਕਰਾਵੇ ਤੇ ਪਰਿਵਾਰ ਬਾਹਰ ਹੁੰਦਾ, ਚੇਂਜ ਹੁੰਦਾ ਸਾਰਾ ਕੁਝ। ਲੇਕਿਨ ਸੈਂਟਰ ਸਰਕਾਰ ਨੇ ਜਿਹੜੀਆਂ ਇਹ ਐਕਟ ਦੇ ਵਿੱਚ ਚੋਰ ਮੋਰੀਆਂ ਰੱਖੀਆਂ, ਆਪਣੇ ਗੁਮਾਸ਼ਤੇ ਨੂੰ, ਆਪਣੇ ਪਿਆਦੇ ਨੂੰ ਕਾਲ ਤਖਤ 'ਤੇ ਕਬਜ਼ਾ ਕਰਵਾ ਕੇ, ਕਮੇਟੀ 'ਤੇ ਕਬਜ਼ਾ ਕਰਵਾ ਕੇ ਸਾਰੀ ਕੌਮ ਨੂੰ ਕਬਜ਼ੇ 'ਚ ਲੈਣਾ, ਇਹ ਉਹਨਾਂ ਦੀ ਪਾਲਿਸੀ ਰਹੀ ਆ। ਉਹਦੇ ਮੁਤਾਬਕ ਅੱਜ RSS ਜਾਂ ਭਾਜਪਾ ਜਿਹੜੀ ਆ ਇਹ ਇਲੈਕਸ਼ਨ ਨਹੀਂ ਕਰਵਾ ਰਹੀ, ਇਹਨੂੰ ਕਰਾਉਣੇ ਚਾਹੀਦੇ। ਜੇ ਇਹ ਇਮਾਨਦਾਰ ਆ, ਜੇ ਸੋਚਦੀ ਆ ਕਿ ਸਿੱਖ ਜਿਹੜੇ ਨੇ ਆਪਣੀ ਲੀਡਰਸ਼ਿਪ ਕੱਢਣ, ਨਵੀਂ ਲੀਡਰਸ਼ਿਪ ਨਿਕਲੇ, ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਾਉਣੇ ਚਾਹੀਦੇ ਆ, ਜਿਹਦੇ ਵਿੱਚ ਆਮ ਸਿੱਖ ਦੱਸੇ ਕਿ ਅਸੀਂ ਕਿਹਨੂੰ ਚਾਹੁੰਦੇ। ਆਪਣੇ ਆਪ ਚੇਂਜ ਆਉਂਦਾ, ਪਰ ਇੱਕ ਕਲਿੱਕ ਬਣਿਆ ਹੋਇਆ, ਇੱਕ ਕਬਜ਼ਾ ਬਣਿਆ ਹੋਇਆ, ਉਹ ਲਗਾਤਾਰ ਬਾਦਲ ਦਾ ਉੱਤੇ ਚੱਲਿਆ ਜਾ ਰਿਹਾ। ਦੂਸਰੇ ਇਲੈਕਸ਼ਨ ਆ ਰਹੇ ਆ,
ਦੂਸਰੇ ਇਲੈਕਸ਼ਨ ਇੱਕ ਦਿਨ ਨਹੀਂ ਲੇਟ ਹੁੰਦੇ, ਇਹ 20 ਸਾਲ ਹੋ ਰਹੇ। ਇਹ ਬਿਨਾਂ ਮਤਲਬ ਤੋਂ ਇਹ ਹਾਊਸ ਬਣਵਾ ਕੇ ਹੋਮ ਮਿਨਿਸਟਰੀ ਨੇ ਇਹਨੂੰ ਕਬਜ਼ਾ ਕਰਵਾਇਆ ਬਾਦਲ ਨੂੰ। ਇਹਦਾ ਰਾਈਟ ਨਹੀਂ ਹੈਗਾ। ਇਹਨੂੰ ਇਸ ਹਾਊਸ ਨੂੰ ਹਾਈ ਕੋਰਟ ਸੁਪਰੀਮ ਕੋਰਟ ਰੱਦ ਕਰ ਚੁੱਕੀ ਹੈ। ਸਰ ਜੇ ਮੈਂ ਡਿਫਰੈਂਸ ਸਮਝਣ ਦੀ ਕੋਸ਼ਿਸ਼ ਕਰਾਂ, ਕਿਉਂਕਿ ਤੁਸੀਂ ਵੀ ਸੇਵਾਦਾਰ ਰਹੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੇ, ਤਾਂ ਇੱਕ ਉਹ ਮਾਹੌਲ ਸੀ, ਇੱਕ ਅੱਜ ਦਾ ਮਾਹੌਲ ਹੈ। ਡਿਫਰੈਂਸ ਕਿੰਨਾ ਕੁ ਮਹਿਸੂਸ ਕਰਦੇ ਹੋ? ਕਿਸ ਤਰੀਕੇ ਦੇ ਬਦਲਾਅ ਆਏ ਆ? ਜਿਸ ਤਰੀਕੇ ਨਾਲ ਤੁਸੀਂ ਬਹੁਤ ਸਾਰੇ ਕਹਿ ਲਓ ਕਿ ਖੁਲਾਸੇ ਕਰ ਰਹੇ ਹੋ ਕਿ ਇਸ ਤਰੀਕੇ ਨਾਲ ਰਾਜਨੀਤਿਕ ਪਾਰਟੀ ਧੱਕੇ ਦੇ ਨਾਲ ਬਿਆਨ ਦਿਵਾਉਂਦੀ ਹੈ, ਜੇ ਕੌਮ ਉਹਦੇ ਖਿਲਾਫ ਹੁੰਦੀ ਹੈ ਤਾਂ ਬਦਲ ਦਿੱਤਾ ਜਾਂਦਾ ਹੈ, ਤਾਂ ਕੀ ਡਿਫਰੈਂਸ ਮਹਿਸੂਸ ਕਰਦੇ? ਇੱਕ ਤਾਂ ਸਾਡੀ ਕੌਮ ਦਾ ਤੇ ਉਹੀ ਹਾਲ ਹੈ ਜਿਵੇਂ ਕੋਹਲੂ ਦੇ ਬੈਲ ਦਾ। ਕੋਹਲੂ ਦੇ ਬੈਲ ਨੂੰ ਖੋਪੇ ਲਾ ਦਿੰਦਾ ਤੇਲੇ ਤੇ ਚਲਾ ਦਿੰਦਾ, ਸਾਰੀ ਰਾਤ ਉਹ ਚੱਲਦਾ ਰਹਿੰਦਾ, ਸਾਰੀ ਰਾਤ ਘੁੰਮਦਾ ਰਹਿੰਦਾ, ਪਰ ਉਹ ਆਪਣੇ ਮਨ 'ਚ ਮਹਿਸੂਸ ਕਰਦਾ ਹੈ ਕਿ ਦਿਨ ਚੜ੍ਹਦੇ ਤੱਕ ਮੈਂ ਬਹੁਤ ਪੈਂਡਾ ਕਰ ਲਿਆ। ਪਰ ਜਦੋਂ ਉਹਦੇ ਖੋਪੇ ਖੋਲ੍ਹਦਾ ਤੇਲੀ ਤੇ ਉੱਥੇ ਹੀ ਖੜਾ ਹੁੰਦਾ। ਅਸੀਂ ਵੀ ਉੱਥੇ ਹੀ ਖੜੇ ਹਾਂ, ਜਿੱਥੋਂ ਤੁਰੇ ਸੀ ਉਤੋਂ ਵੀ ਪਿੱਛੇ ਰਹਿ ਗਏ ਹਾਂ, ਅੱਗੇ ਨਹੀਂ ਵਧੇ। ਤੋ ਇਹਦੀ ਜ਼ਿੰਮੇਵਾਰ ਤੇ ਜਵਾਬ ਦੇ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪਰਿਵਾਰ, ਕੁਟੁੰਬ ਉਹਦਾ। ਤੋ ਸਿੱਖਾਂ ਨੇ ਅੱਖਾਂ ਮੀਟ ਕੇ ਯਕੀਨ ਕੀਤਾ ਅਕਾਲੀ ਦਲ ਤੇ ਅਕਾਲੀ ਦਲ ਨੇ ਅੱਖਾਂ ਮੀਟ ਕੇ ਕੌਮ ਨੂੰ ਭੱਠੀ 'ਚ ਪਾਤਾ ਤੇ ਆਪਣੀਆਂ ਰੋਟੀਆਂ ਸੇਕ ਲਈਆਂ, ਕੌਮ ਨੂੰ ਮਰਵਾਤਾ। ਹਾਂਜੀ ਸਰ, ਇੱਕ ਨਾ ਤੁਸੀਂ ਕਾਨੂੰਵਾਨ ਪੰਥਕ ਇਕੱਠ ਦੇ ਵਿੱਚ ਬਹੁਤ ਸਾਰੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਤੇ ਲਾਉਂਦੇ ਨਜ਼ਰ ਆਉਂਦੇ ਹੋ, ਜਿੱਥੇ ਤੁਸੀਂ ਇਹ ਵੀ ਕਹਿੰਦੇ ਹੋ ਕਿ ਕੁਝ ਜ਼ਮੀਨ ਹੈ ਜਿਹੜੀ ਲੀਜ਼ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲਈ ਜਦੋਂ SGPC ਦੇ ਪ੍ਰਧਾਨ ਬੀਬੀ ਜਗੀਰ ਕੌਰ ਸੀਗੇ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਲੀਜ਼ ਤੇ ਲਈ ਹੋਈ ਹੈ ਜਦੋਂ ਬੀਬੀ ਜਗੀਰ ਕੌਰ ਉਸ ਵੇਲੇ ਦੇ SGPC ਪ੍ਰਧਾਨ ਸੀਗੇ। ਤਾਂ ਇਹ ਵਿਰਾਮ ਦਾ ਮੇਰਾ ਮਤਲਬ ਇਹ ਵੀ ਸੀ ਕਿ ਮੇਰੇ ਪਹਿਲੇ ਸਵਾਲ ਦੇ ਵਿੱਚੋਂ ਵੀ ਮੈਂ ਕੁਝ ਸ਼ਬਦ ਲਵਾਂਗਾ। ਵਿਰਾਮ ਦਾ ਮਤਲਬ ਮੇਰਾ ਇਹੋ ਹੀ ਸੀਗਾ ਕਿ ਜੇ ਕੌਮ ਵੀ ਮੰਨਦੀ ਆ, ਬਹੁਤ ਸਾਰੀਆਂ ਪੰਥਕ ਲਹਿਰਾਂ ਹੁੰਦੀਆਂ, ਬਹੁਤ ਸਾਰੇ ਸਿੱਖ ਸੰਗਠਨ ਨੇ ਜਿਹੜੇ ਚਾਹੁੰਦੇ ਆ ਕਿ ਅਕਾਲੀ ਦਲ ਹੈ, ਜਾਨੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਉਹਦਾ ਕਬਜ਼ਾ ਹਟੇ। ਫਿਰ ਉਹ ਕਬਜ਼ਾ ਇੰਨੀਆਂ ਸਾਰੀਆਂ ਸੰਸਥਾਵਾਂ ਨੇ, ਇੰਨੇ ਸਾਰੇ ਪੰਥਕ ਲਹਿਰਾਂ ਦੇ ਨਾਲ ਜੁੜੇ ਹੋਏ ਲੋਕ ਹੈ, ਇਹ ਛੁਡਵਾ ਕਿਉਂ ਨਹੀਂ ਸਕਦੇ? ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਆਪੋਜੀਸ਼ਨ ਦੇ ਵਿੱਚ ਬਾਦਲ ਤੋਂ ਆਪੋਜੀਸ਼ਨ 'ਚ ਬੈਠੇ, ਉਹਨਾਂ 'ਚ ਤਿਆਗ ਦੀ ਭਾਵਨਾ ਤੇ ਇੱਕ ਇਤਫਾਕ, ਉਹਦੀ ਬਰਕਤ ਨਹੀਂ ਹੈਗੀ। ਪਿੰਡਾਂ 'ਚ ਨਹੀਂ ਜਾ ਰਹੇ, ਆਪਣੇ ਵਰਕਰ ਨਹੀਂ ਬਣਾ ਰਹੇ, ਉਹ ਬਿਆਨ ਦੇਣ ਤੱਕ, ਪ੍ਰੈਸ ਕਾਨਫਰੰਸਾਂ ਕਰ ਤੱਕ ਸੀਮਤ ਨੇ। ਜਦੋਂ ਇਲੈਕਸ਼ਨ ਹੁੰਦੀ ਇੱਕ ਦੂਸਰੇ ਦੀਆਂ ਲੱਤਾਂ ਖਿੱਚਦੇ ਨੇ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਵੀ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਆਉਂਦੇ ਆ, ਸੈਂਟਰ ਸਰਕਾਰ ਇਸ ਤਰੀਕੇ ਨਾਲ ਇਲੈਕਸ਼ਨ ਕਰਾਉਂਦੀ ਆ ਕਿ ਬਾਦਲ ਦੀ ਜਿੱਤ ਯਕੀਨੀ ਹੋਵੇ। ਉਹਦੇ 'ਚ ਇੱਕ ਤੇ ਉਹਦੀ ਮਰਜ਼ੀ ਦਾ ਇਲੈਕਸ਼ਨ ਕਮਿਸ਼ਨ ਦੇਣਾ, ਉਹ ਇਲੈਕਸ਼ਨ ਕਮਿਸ਼ਨ ਵੱਲੋਂ ਵਿਰੋਧੀ ਵੋਟ ਨਾ ਬਣ ਦੇਣਾ, ਫਿਰ ਵਿਰੋਧੀ ਵੋਟ ਨਾ ਬਣਨ ਦੇ ਬਾਵਜੂਦ, ਸਾਡੇ ਵਰਕਰ ਨਾ ਹੋਣ ਦੇ ਬਾਵਜੂਦ ਜਾਲੀ ਵੋਟ 6-6 ਵਜੇ ਤੱਕ ਭੁਗਤਣੀ। ਜਿਹੜੀ ਵੋਟ ਪਾਉਣ ਦਾ ਅਧਿਕਾਰ ਨਹੀਂ, ਉਹਨਾਂ ਦੀ ਪਵਾਈ ਜਾਣੀ। ਤੋ ਇਹ ਚੀਜ਼ਾਂ ਜਿਹੜੀਆਂ ਬਾਦਲ ਨੂੰ ਰਾਜ ਕਰਾਉਂਦੀਆਂ ਰਹੀਆਂ। ਤੋ ਬਾਦਲ ਦੀ ਜਿਹੜੀ ਰਾਜ ਕਰਨ ਦੀ ਪਾਰਟੀ ਦੇ ਪ੍ਰਬੰਧਕ ਕਮੇਟੀ ਦੇ ਰਾਜ ਕਰਨ ਦੀ ਜਿਹੜੀ ਵੋਟ ਆ, ਉਹ 14 ਲੱਖ ਆ। 14 ਲੱਖ ਸਾਡੀ ਸਿੱਖ ਕੌਮ 14 ਲੱਖ ਗਿਣਤੀ ਰਹਿ ਗਈ। ਆਫਟਰ ਆਲ ਅਸੀਂ ਅੱਜ ਦੇਖੀਏ, ਇਹ ਸਾਡੀ ਸਰਕਾਰ ਆ ਪ੍ਰਬੰਧਕ ਕਮੇਟੀ, ਤੇ ਇਹ ਸਿਰਫ 14 ਲੱਖ ਵੋਟਾਂ ਤੇ ਰਹਿ ਗਈ। ਤੋ ਇਹ ਕਿਤੇ ਨਾ ਜਿਹੜੀਆਂ ਊਣਤਾਈਆਂ ਨੇ ਅੱਜ ਉਹ ਖਤਮ ਹੋਈਆਂ ਆਪਣੇ ਆਪ, ਕੁਦਰਤੀ ਉਹਦੇ ਵਿੱਚੋਂ ਮਾਹੌਲ 'ਚੋਂ। ਕੁਦਰਤੀ ਮਾਹੌਲ 'ਚੋਂ ਇਸ ਤਰ੍ਹਾਂ ਖਤਮ ਹੋਈ। ਅੱਜ ਕਾਂਗਰਸੀ ਸਿੱਖ, ਅੱਜ ਆਮ ਆਦਮੀ ਪਾਰਟੀ ਨਾਲ ਜੁੜਿਆ ਸਿੱਖ, ਅੱਜ ਬਸਪਾ ਨਾਲ ਜੁੜਿਆ ਸਿੱਖ, ਅੱਜ ਕਿਸੇ ਵੀ, ਭਾਵੇਂ ਭਾਜਪਾ ਨਾਲ, ਭਾਵੇਂ ਅਕਾਲੀ ਦਲ ਨਾਲ, ਇਹ ਮਹਿਸੂਸ ਕਰ ਰਹੇ ਨੇ ਕਿ ਪ੍ਰਬੰਧਕ ਕਮੇਟੀ ਬਾਦਲ ਦਾ ਦਫ਼ਤਰ ਬਣ ਕੇ ਰਹਿ ਗਈ। ਪ੍ਰਬੰਧਕ ਕਮੇਟੀ ਦੇ ਕੋਲ ਅਰਬਾਂ ਰੁਪਈਏ ਦਾ ਸਰਮਾਇਆ, ਕਿਸੇ ਗਰੀਬ ਬੱਚੇ ਦਾ ਫਾਇਦਾ ਨਹੀਂ ਹੋ ਰਿਹਾ, ਕਿਸੇ ਗਰੀਬ ਵਿਧਵਾ ਬੀਬੀ ਦਾ ਫਾਇਦਾ ਨਹੀਂ ਹੋ ਰਿਹਾ, ਕਿਸੇ ਵੀ ਬਜ਼ੁਰਗ ਦਾ ਦਵਾਈ ਬੂਟੀ ਤੋਂ ਪੱਖੋਂ ਫਾਇਦਾ ਨਹੀਂ ਹੋ ਰਿਹਾ। ਤੋ ਸਾਡੇ ਮੁਕਾਬਲੇ 'ਤੇ DAV ਕਾਲਜ, DAV ਸਕੂਲ, DAV ਦੇ ਸੰਸਥਾ ਦੇ ਨਾਲ ਜੁੜੀ ਹੋਈ ਆਪਣਾ DMC ਹੌਸਪੀਟਲ, CMC ਹੌਸਪੀਟਲ ਜਿਹੜਾ ਈਸਾਈ ਭਰਾਵਾਂ ਦਾ, ਉਹਨਾਂ ਦੇ ਵਿੱਦਿਆ ਦੇ ਅਦਾਰੇ ਸਾਡੇ ਨੂੰ ਕਿਤੇ ਪ੍ਰਫੁੱਲਤ ਨੇ। ਸਾਡੇ ਤੋਂ ਇੱਕ ਸਾਡੇ ਸਰਦਾਰਾਂ ਨੇ ਇੱਕ ਅਕਾਲ ਤਖਤ, ਇੱਕ ਖਾਲਸਾ ਕਾਲਜ ਬਣਾਇਆ ਸੀਗਾ ਦਾਨ ਦੇ ਕੇ, ਉਹ ਵੀ ਅੱਜ ਸਾਡਾ ਨਹੀਂ ਰਿਹਾ। ਉਹ ਵੀ ਅੱਜ ਇਹਨਾਂ ਦੇ ਕੁੜਮਾਂ ਦਾ ਕਬਜ਼ਾ, ਤੇ ਉਹ ਉਹਦੀਆਂ ਯੂਨੀਵਰਸਿਟੀਆਂ ਬਣਾਉਣ ਦੇ ਪਲਾਨ ਬਣਾ ਰਹੇ ਨੇ। ਤੋ ਅਸੀਂ ਇਹ ਦੇਖ ਰਹੇ ਹਾਂ ਕਿ ਸਾਡੀ ਜਿਹੜੀ ਸੰਸਥਾ ਆ, ਉਹਦੇ ਵਿੱਚੋਂ ਸਾਡੇ ਜਿਹੜੇ
ਗੁਰੂ ਨਾਨਕ ਦੇ ਇੱਛਾ ਅਨੁਸਾਰ ਪਰਉਪਕਾਰ ਹੋਣੇ ਚਾਹੀਦੇ ਸੀ, ਉਹ ਨਹੀਂ ਹੋ ਰਹੇ। ਤੋ ਉਹਦੇ ਵਿੱਚ ਜਿਹੜੀ ਸੈਂਟਰ ਸਰਕਾਰ ਦੀ ਪਾਲਿਸੀ ਆ, ਉਹ ਸਾਡੀ ਕੌਮ ਲਈ ਨੁਕਸਾਨਦੇਹ ਆ। ਉਹ ਆਪਣੇ ਨੂੰ ਰਾਜ ਕਰਾ ਕੇ, ਆਪਣੇ ਪਿਆਦੇ ਨੂੰ ਰਾਜ ਕਰਾ ਕੇ ਤੇ ਕੌਮ ਦਾ ਗਲ ਘੁੱਟਣ ਵਾਲੀ ਆ। ਤੋ ਅਸੀਂ ਇਹ ਤੋਂ ਮੁਕਤੀ ਚਾਹੁੰਦੇ ਆ, ਤੇ ਮੁਕਤੀ ਚਾਹੁਣ ਲਈ ਹੁਣ ਮੈਂ ਪਿੰਡ ਪਿੰਡ ਜਾ ਰਿਹਾ, ਤੇ ਮੈਂ ਪਿੰਡ ਪਿੰਡ ਹਰੇਕ ਸਿੱਖ ਨੂੰ ਇਹ ਕਹਿ ਰਿਹਾ ਕਿ ਤੁਸੀਂ ਆਪਣਾ ਧਰਮ ਨਹੀਂ ਤਿਆਗਿਆ। ਤੁਸੀਂ ਬਸਪਾ 'ਚ ਗਏ, ਤੁਸੀਂ ਆਮ ਆਦਮੀ ਪਾਰਟੀ 'ਚ ਗਏ, ਤੁਸੀਂ ਕਾਂਗਰਸ 'ਚ ਗਏ, ਤੁਸੀਂ ਉਹਦੇ ਬਾਵਜੂਦ ਵੀ ਅੰਮ੍ਰਿਤ ਛਕਿਆ, ਗੁਰੂ ਨੂੰ ਮੱਥਾ ਟੇਕਿਆ, ਦਸਵੰਧ ਦਿੱਤਾ, ਤੇ ਮੱਥਾ ਟੇਕਦੇ ਹੋ ਅੱਜ ਵੀ। ਪਰ ਤੁਸੀਂ ਧਰਮ ਬਚਾਉਣ ਲਈ ਮੇਰਾ ਸਾਥ ਦਿਓ। ਅਸੀਂ ਧਰਮ ਦੀ ਗੱਲ ਕਰਾਂਗੇ, ਧਰਮ ਦੇ ਸਿਧਾਂਤ ਉਹਨਾਂ ਦੀ ਪਾਲਣਾ ਕਰਾਂਗੇ। ਅਸੀਂ ਪੋਲੀਟੀਕਲ ਕੋਈ ਆਸ਼ਾ ਨਹੀਂ ਰੱਖਾਂਗੇ, ਕੋਈ ਉਮੀਦ ਨਹੀਂ ਰੱਖਾਂਗੇ, ਕੋਈ ਸਾਡਾ ਲਾਲਚ ਨਹੀਂ ਹੋਊਗਾ। ਇਹ ਅਸੀਂ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ। ਤੋ ਅਸੀਂ ਇਸ ਆਸ਼ੇ ਨਾਲ ਪਿੰਡਾਂ 'ਚ 2 ਸਾਲ ਤੋਂ ਜਾ ਰਹੇ ਹਾਂ, ਸਾਨੂੰ ਬਹੁਤ ਸਹਿਯੋਗ ਮਿਲ ਰਿਹਾ, ਤੇ ਇਹ ਸਹਿਯੋਗ ਜਿਹੜਾ ਉਹਨੂੰ ਦੇਖ ਕੇ ਹੀ ਬਾਦਲ ਨੂੰ ਗਸ਼ ਪੈ ਰਹੀ ਆ। ਮੇਰਾ ਨਾਂ ਨਹੀਂ ਲੈ ਰਿਹਾ, ਲੇਕਿਨ ਮੀਟਿੰਗਾਂ ਕਰਾਉਣ ਡਿਆ, ਤੇ ਮੀਟਿੰਗਾਂ 2022 ਦਾ ਇਲੈਕਸ਼ਨ ਜਿਹੜਾ ਉਹ ਅਜੇ ਦੂਰ ਆ। ਇਹ ਜਵਾਬ ਸਾਡੀ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦਾ ਜਿਹੜਾ ਬਾਦਲ ਦੇ ਰਿਹਾ। ਪਰ ਸਾਡੀ ਜਿਹੜੀ ਮੀਟਿੰਗ ਆ ਉਹ ਹੋ ਰਹੀ ਨਿਰੋਲ ਸਿੱਖਾਂ 'ਚ, ਨਿਰੋਲ ਗੁਰਸਿੱਖਾਂ 'ਚ। ਸਿੱਖ ਭਾਵੇਂ ਆਮ ਆਦਮੀ ਪਾਰਟੀ ਦਾ, ਭਾਵੇਂ ਕਾਂਗਰਸ ਦਾ, ਭਾਵੇਂ ਬਸਪਾ ਦਾ, ਭਾਵੇਂ ਭਾਜਪਾ ਦਾ, ਉਹ ਸਾਡੇ ਨਾਲ ਖੜਦਾ ਨਜ਼ਰ ਆਉਂਦਾ। ਇਹਦੀ ਵੋਟ ਜਿਹੜੀ ਆ ਰਾਮ ਰਹੀਮ ਦੀ ਵੋਟ, ਤੇ ਇੱਕ ਜਿਹੜੀ ਭਾਜਪਾ ਦੇ ਨਾਲ ਸੰਬੰਧਿਤ ਵੋਟ ਹੈ, ਉਹਦੇ ਨਾਲ ਸੰਬੰਧਿਤ ਵੋਟ ਸਾਹਮਣੇ ਆ ਰਹੀ ਹੈ। ਜਾਣੀ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਸੰਸਥਾ ਹੈ ਉਹਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਕਿ ਜੇਕਰ ਆਪਾਂ ਲਹਿਰ ਵੱਲੋਂ ਅਸੀਂ ਲਹਿਰ ਬਣਾ ਚੁੱਕੇ ਹਾਂ। ਅੱਧਾ ਪੰਜਾਬ ਘੁੰਮ ਲਿਆ, ਅਜੇ ਹੋਰ ਘੁੰਮਾਂਗੇ, ਤੇ ਜਿੰਨੀ ਦੇਰ ਤੱਕ ਇਲੈਕਸ਼ਨ ਨਹੀਂ ਹੁੰਦੇ ਅਸੀਂ ਇਹਦੀ ਪਿੱਛਾ ਨਹੀਂ ਛੱਡਾਂਗੇ। ਤੁਹਾਡੇ ਵੱਲੋਂ ਅਗਵਾਈ ਕੀਤੀ ਜਾਏਗੀ ਕਿ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨੇ, ਇਲੈਕਸ਼ਨ ਆਉਣੇ, ਉਹਨਾਂ ਦੇ ਵਿੱਚ ਤੁਹਾਡੇ ਕੈਂਡੀਡੇਟ ਪਾਰਟੀ। ਬਿਲਕੁਲ ਬਿਲਕੁਲ ਜੀ, ਅਸੀਂ ਉਹ ਕੈਂਡੀਡੇਟ ਦੇਵਾਂਗੇ ਜਿਹੜੇ ਸਿਰਫ ਧਰਮ ਦੀ ਸੇਵਾ ਕਰਨ, ਜਿਨ੍ਹਾਂ ਦਾ ਪੋਲੀਟੀਕਲ ਕੋਈ ਮਨਸੂਬਾ ਨਾ ਹੋਵੇ। ਤਾਂ ਅਸੀਂ ਉਹਨਾਂ ਨੂੰ ਅਸੀਂ ਚਾਹਾਂਗੇ ਕਿ ਸਾਡੇ ਕੋਲ ਏਡੀ ਵੱਡਾ ਅਦਾਰਾ ਹੈ, ਇਸ ਅਦਾਰੇ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਅਨੁਸਾਰ ਪਰਉਪਕਾਰ ਦੇ ਕੰਮਾਂ 'ਚ ਲਾਇਆ ਜਾਵੇ। ਸਰ ਇੱਕ ਬਾਕੀ ਜਿਹੜੀ ਤੁਸੀਂ ਜ਼ਮੀਨ ਦੀ ਗੱਲ ਕੀਤੀ ਹੈ, ਉਹ ਅੱਜ ਵੀ ਹੈਗੀ ਆ ਮਾਰਕੰਡੇ ਹਰਿਆਣੇ 'ਚ। ਜਿਹੜੀ 24 ਏਕੜ ਜ਼ਮੀਨ ਹੈ, ਉਹ ਪ੍ਰਕਾਸ਼ ਸਿੰਘ ਬਾਦਲ ਨੇ 90 ਸਾਲ ਦੀ ਲੀਜ਼, 99 ਸਾਲ ਦੀ ਲੀਜ਼ 'ਤੇ ਬੀਬੀ ਜਗੀਰ ਕੌਰ ਦੇ ਸਾਈਨ ਨਾਲ ਲਈ ਹੈ। ਉੱਥੇ ਉਹ ਅਦਾਰਾ ਬਣਾ ਰਿਹਾ ਆਪਣਾ, ਮੀਰੀ ਪੀਰੀ ਅਕੈਡਮੀ। ਉਹ ਅਦਾਰਾ ਜਿਹੜਾ ਜ਼ਮੀਨ ਗੁਰੂ ਦੀ ਜ਼ਮੀਨ 'ਤੇ ਜਿਹੜੀ ਬਿਲਡਿੰਗ ਬਣ ਰਹੀ ਹੈ, ਜੋ ਪੈਸਾ ਲੱਗ ਰਿਹਾ 68 ਕਰੋੜ ਤੋਂ ਵੱਧ ਪਿਛਲੇ ਸਾਲ ਤੱਕ ਲੱਗ ਚੁੱਕਾ ਕਮੇਟੀ ਦਾ, ਲੇਕਿਨ ਲੀਜ਼ 'ਤੇ ਲਈ ਹੋਈ ਹੈ ਬਾਦਲ ਨੇ, ਮਾਲਕ ਬਾਦਲ ਹੈ, ਇਹ ਟਰਸਟ ਨੇ। ਤੋ ਇਹ ਅਸੀਂ ਇੱਕ ਪ੍ਰਬੰਧਕ ਕਮੇਟੀ ਆ, ਇੱਕ ਪ੍ਰਬੰਧਕ ਕਮੇਟੀ ਤੋਂ ਅਲੱਗ ਐਜੂਕੇਸ਼ਨ ਅਦਾਰੇ ਨੇ ਸਾਡੀ ਪ੍ਰਬੰਧਕ ਕਮੇਟੀ ਦੇ ਅੰਡਰ, ਇੱਕ ਉਹਨਾਂ ਤੋਂ ਅਲੱਗ ਟਰਸਟ ਨੇ। ਜਿਹੜੇ ਟਰਸਟ ਗੁਰੂ ਰਾਮਦਾਸ ਦੇ ਘੱਟ ਨੇ, ਕਮੇਟੀ ਦੇ ਘੱਟ ਨੇ, ਸਾਡੇ ਲੀਡਰਾਂ ਦੇ ਜ਼ਿਆਦਾ ਨੇ। ਤੇ ਇਹ ਮਲਕੀਅਤ ਜਿਹੜੇ ਲੀਡਰਾਂ ਦੀ ਆ, ਤੇ ਪੈਸਾ ਗੁਰੂ ਰਾਮਦਾਸ ਦਾ, ਜ਼ਮੀਨ ਗੁਰੂ ਰਾਮਦਾਸ ਦੀ। ਇਹ ਸਾਡੇ ਨਾਲ ਖਿਲਵਾੜ ਹੋ ਰਿਹਾ, ਇਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ। ਇਹ ਵੀ ਅਸੀਂ ਜਦੋਂ ਜਾਂਦੇ ਹਾਂ ਪਿੰਡਾਂ 'ਚ ਦਿੰਦੇ ਹਾਂ, ਤੇ ਇਹ ਨਿਰੋਲ ਸੱਚ ਹੈ, ਇਹ 'ਚ ਕੋਈ ਝੂਠ ਨਹੀਂ। ਮੈਂ ਜੋ ਕੁਛ ਵੀ ਕਾਨੂੰਨ ਕਿਹਾ, ਇਹ 'ਚ ਕੋਈ ਝੂਠ ਨਹੀਂ। ਅੱਜ ਵੀ ਕੋਈ ਦਰਿਆਫਤ ਕਰ ਸਕਦਾ। ਮਾਰਕੰਡੇ ਰੋਡ ਦੇ ਉੱਤੇ ਮੀਰੀ ਪੀਰੀ ਅਕੈਡਮੀ ਆ, ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਦੀ ਨਿੱਜੀ ਜ਼ਮੀਨ ਹੈ। ਸਰ ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਜਵਾਬ ਲੈਣਾ ਚਾਹੁੰਦਾ ਕਿ ਬਹੁਤ ਸਾਰੇ ਸਵਾਲ ਉੱਠਦੇ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਮਾਲੀਏ 'ਤੇ। ਮਾਲੀਆ ਕਹਿ ਲਈਏ ਜਾਂ ਫਿਰ ਉੱਥੋਂ ਦਾ ਚੜਾਵਾ ਕਹਿ ਲਈਏ, ਜਾਂ ਮਤਲਬ ਉੱਥੋਂ ਦੀ ਆਮਦਨ ਕਹਿ ਲਈਏ ਕਿ ਬਹੁਤ ਜ਼ਿਆਦਾ ਆਮਦਨ ਹੈ, ਇਹ ਕਿਹਾ ਜਾਂਦਾ ਹੈ। ਪਰ ਫਿਰ ਕਮੇਟੀ ਸਾਡੀ ਹੈ, ਜਿਹੜੀ ਸ਼੍ਰੋਮਣੀ ਕਮੇਟੀ ਹੈ, ਉਹ ਬਹੁਤ ਸਾਰੇ ਲੋਕ ਜਿਹੜੇ ਹੈ ਅੱਜ ਹੈਲਪ ਲਈ ਬੈਠੇ ਨੇ, ਬਹੁਤ ਸਾਰੇ ਲੋਕ ਹੈਲਪ ਲਈ ਬੈਠੇ ਨੇ। ਹੈਲਪ ਉਸ ਤਰੀਕੇ ਨਾਲ ਕਿਉਂ ਨਹੀਂ ਕੀਤੀ ਜਾਂਦੀ? ਕਿਉਂ ਨਹੀਂ ਸਾਡੇ ਧਰਮ ਦੇ ਲੋਕ ਜਿਹੜੇ ਉੱਥੇ ਬੈਠੇ ਨੇ, ਜਿਸ ਤਰੀਕੇ ਦਾ ਉੱਥੇ ਆਮਦਨ ਹੋ ਰਹੀ ਹੈ, ਜਿਸ ਤਰੀਕੇ ਦਾ ਚੜਾਵਾ ਉੱਥੇ ਹੋ ਰਿਹਾ, ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਦਿੱਤੀਆਂ ਹੋਈਆਂ, ਉਹ ਅੱਜ ਸਿੱਖਾਂ ਦੀ ਹੀ ਹੈਲਪ ਕਰਨ ਵਾਸਤੇ ਅੱਗੇ ਨਹੀਂ ਆ ਰਹੀ? ਇੱਕ ਤਾਂ ਜਿਹੜੀ ਪ੍ਰਬੰਧਕ ਕਮੇਟੀ ਆ, ਇਹ ਜਿਸ ਤਰ੍ਹਾਂ ਅੱਜ ਲਵਾਰਸ ਹੋਈ ਹੋਵੇ, ਇਸ ਤਰ੍ਹਾਂ ਇਹ ਕੋਈ ਵੀ ਦੂਰ ਅੰਦੇਸ਼ ਜਾਂ ਪੈਸੇ ਨੂੰ ਪੈਸਾ ਸਮਝਣ ਵਾਲਾ, ਪੈਸੇ ਤੋਂ ਪੈਸਾ ਕਮਾਉਣ ਵਾਲਾ ਇਹਦਾ ਪ੍ਰਧਾਨ ਨਹੀਂ ਬਣਦਾ, ਨਾ ਬਣਾਇਆ ਜਾਂਦਾ। ਤੋ ਇੱਕ ਹੁਕਮ ਪਾਲਣ ਵਾਲਾ, ਹੁਕਮ ਦਾ ਗੁਲਾਮ ਜਿਹੜਾ, ਉਹਨੂੰ ਪ੍ਰਧਾਨ ਬਣਾਇਆ ਜਾਂਦਾ। ਉਹਨੂੰ ਹੁਕਮ ਦਿੱਤਾ ਕਿ ਆ 12 ਕਰੋੜ ਦਾ ਜਿਹੜਾ ਪ੍ਰੋਜੈਕਟ ਆ, ਇੱਕ ਟੈਂਟ ਲਾਉਣਾ, ਉਹ ਤੁਸੀਂ ਇਸ ਕੰਪਨੀ ਨੂੰ ਦੇਣਾ, ਤੇ ਉਹ ਹੁਕਮ ਦੀ ਪਾਲਣਾ ਕਰਦਾ, ਚੈੱਕ ਕੱਟ ਕੇ ਦੇ ਦਿੰਦਾ। ਤੋ 12 ਕਰੋੜ ਰੁਪਈਆ ਜਾ ਰਿਹਾ ਪੀਟੀਸੀ ਨੂੰ, ਪੀਟੀਸੀ ਬਾਦਲ ਦੇ ਘਰ ਜਾ ਰਹੀ ਹੈ। ਤੋ ਇਹ ਜਿਹੜਾ ਮਿਸਯੂਜ ਹੈ ਪੈਸੇ ਦਾ, ਇਹ ਬੇਤਹਾਸ਼ਾ ਹੈ।
ਇਹ ਇਸ ਕਰਕੇ ਬੇਤਹਾਸ਼ਾ ਹੁੰਦਾ ਗਿਆ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਇਹ ਚੜਾਵਾ ਕਦੀ ਰੁਕਣਾ ਨਹੀਂ, ਇਹਦਾ ਪ੍ਰਵਾਹ ਤੁਰਿਆ ਆਉਣਾ। ਇਹ ਲਗਾਤਾਰ ਇਹਦਾ ਕਿਸੇ ਵੀ ਸੀਜ਼ਨ 'ਚ ਕੁਝ ਮਹੀਨੇ ਆ ਜਦੋਂ ਚੜਾਵਾ ਥੋੜ੍ਹਾ ਜਿਹਾ ਘਟ ਜਾਂਦਾ ਹੈ, ਕੁਝ ਮਹੀਨਿਆਂ 'ਚ ਹੋਰ ਚੜ ਜਾਂਦਾ ਹੈ, ਛੁੱਟੀਆਂ 'ਚ ਬਹੁਤ ਜ਼ਿਆਦਾ ਹੋ ਜਾਂਦਾ, ਪਰ ਆਉਂਦਾ ਰਹਿੰਦਾ ਹੈ। ਪਰ ਇਹ ਕਰੋਨਾ ਨੇ ਇਹਨਾਂ ਨੂੰ ਦੱਸ ਦਿੱਤਾ ਵੀ ਇਹ ਰੁਕ ਸਕਦਾ। ਉਹ ਜਦੋਂ ਰੁਕਿਆ ਤਾਂ ਤਨਖਾਹਾਂ ਉੱਥੇ ਹੀ ਨੇ। ਇੱਕ ਕਾਲਜ ਆ ਉਹਦੀ ਸਾਲ ਹੋ ਗਿਆ ਤਨਖਾਹ ਨਹੀਂ ਦਿੱਤੀ, ਇੱਕ ਕਾਲਜ ਉਹਦੀ 3 ਮਹੀਨੇ ਨਹੀਂ ਦਿੱਤੀ, ਇੱਕ ਯੂਨੀਵਰਸਿਟੀ ਉਹਦੀ ਸਾਲ ਹੋ ਗਿਆ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਤੋ ਇਸ ਤਰ੍ਹਾਂ ਪੈਸਾ ਦਾ ਮਿਸਯੂਜ ਹੋਇਆ। ਅੱਜ ਲੀਹ ਤੋਂ ਲੱਥ ਗਈ ਕਮੇਟੀ ਵੀ, ਕਮੇਟੀ ਦੇ ਬਣਾਏ ਟਰਸਟ ਵੀ ਤੇ ਵਿਦਿਅਕ ਅਦਾਰੇ ਵੀ। ਤੋ ਜਿਹੜੇ ਮੁਲਾਜ਼ਮ ਨੇ ਵਿਚਾਰੇ, ਅੱਜ ਦੇਖੋ ਅਸੀਂ ਭੁੱਖਿਆਂ ਨੂੰ ਤੇ ਰੋਟੀ ਵੰਡਦੇ ਹਾਂ ਕਿ ਅਸੀਂ ਜੀ ਸੇਵਾ ਕਰਨੀ ਹੈ, ਪਰ ਜਿਹੜੇ ਸਾਡੇ ਮੁਲਾਜ਼ਮ ਨੇ ਇਹਨਾਂ ਦੀ ਗਿਣਤੀ ਟੋਟਲ 22,000 ਦੇ ਕਰੀਬ ਹੈ। ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ, ਸੋ ਟੋਟਲੀ ਮੁਲਾਜ਼ਮ ਜਿਹੜਾ ਹੈ ਉਹ ਪ੍ਰਬੰਧਕ ਕਮੇਟੀ ਦਾ 22,000 ਦੇ ਕਰੀਬ ਅਸੀਂ ਉਹਨਾਂ ਨੂੰ ਤਨਖਾਹਾਂ ਦਿੰਦੇ ਹਾਂ। ਉਹਨਾਂ ਦੇ ਵਿੱਚ ਜਿਹੜੇ ਗਰੀਬ ਮੁਲਾਜ਼ਮ ਨੇ, ਕੋਈ 6,000 ਤਨਖਾਹ, ਕਿਸੇ 7,000 ਤਨਖਾਹ, ਉਹਨਾਂ ਨੂੰ ਜੇ ਕੁਆਟਰ ਦਿੱਤਾ ਹੈ ਕੋਈ ਰਹਿਣ ਲਈ ਤੇ ਉਹਦਾ 1,200 ਰੁਪਈਆ ਸੀਗਾ ਕਿਰਾਇਆ, ਪਰ ਐਰਕੀ ਇਹ ਆਫਤ ਕਰਕੇ 2,400 ਕਰ ਦਿੱਤਾ ਗਿਆ। 2,400 ਵਸੂਲਿਆ ਗਿਆ, ਕਿਤੇ ਮਹੀਨੇ ਦੀ ਤਨਖਾਹ ਹੀ ਨਹੀਂ ਦਿੱਤੀ। ਤੋ ਆਪਣੇ ਖਰਚੇ ਜਿਹੜੇ ਨੇ ਉਹ ਦਰਜਨਾਂ ਦੇ ਹਿਸਾਬ ਨਾਲ ਸੈਕਟਰੀ ਬਣੇ ਹੋਏ ਆ, ਉਹਨਾਂ ਕੋਲ ਇੱਕ ਇਨੋਵਾ, 1.5 ਲੱਖ ਰੁਪਈਆ ਤਨਖਾਹ ਉਹਨਾਂ ਦੀ, ਸੋਹਣੇ ਮਕਾਨ ਨੇ, ਇੱਕ ਡਰਾਈਵਰ, ਇੱਕ ਸੇਵਾਦਾਰ, ਇੱਕ ਗਨਮੈਨ ਹੈ, ਇਹ ਇਸ ਤਰ੍ਹਾਂ ਇੱਕ ਲਾਂਗਰੀ ਹੈ, ਇਹ ਵੱਖਰੇ ਉਹਨਾਂ ਦੀਆਂ। ਤੋ ਇਹ 80 ਦੇ ਕਰੀਬ ਗੁਰਦੁਆਰੇ ਨੇ, ਉਹਨਾਂ ਦੇ ਇੱਕ ਮੈਨੇਜਰ, ਉਹਨਾਂ ਦੇ ਕੋਲ ਇੱਕ ਇਨੋਵਾ ਗੱਡੀ, ਉਹਨਾਂ ਕੋਲ ਇੱਕ ਡਰਾਈਵਰ। ਤੋ ਇਹ ਜਿਹੜੇ ਫਜ਼ੂਲ ਖਰਚੇ ਨੇ, ਦੇਖੋ ਇੱਕ ਟੌੜਾ ਸਾਹਿਬ ਦੇ ਹੁੰਦੇ ਆ ਇਹ 10,000 ਤੋਂ ਥੱਲੇ ਸੀ ਸਾਰੀ ਟੋਟਲ ਗਿਣਤੀ, ਅੱਜ 22,000 ਹੈ। ਤੋ ਅੱਜ ਜਿਹੜੇ ਸਾਡੇ ਸੈਕੰਡ ਕਮਾਂਡ ਦੇ ਬਾਦਲ ਦੇ ਚਹੇਤੇ ਲੀਡਰ ਨੇ, ਉਹਨਾਂ ਦੇ ਘਰਾਂ ਦੇ ਵਿੱਚ ਗਨਮੈਨ ਵੀ ਆ, ਲਾਂਗਰੀ ਵੀ ਆ, ਸੇਵਾਦਾਰ ਵੀ ਆ, ਡਰਾਈਵਰ ਵੀ ਆ। ਤਨਖਾਹ ਗੁਰੂ ਰਾਮਦਾਸ ਦੇ ਖਜ਼ਾਨੇ 'ਚੋਂ ਆ ਰਹੀ ਹੈ। ਹਾਂਜੀ, ਇਸ ਤਰੀਕੇ ਨਾਲ ਗੁਰੂ ਰਾਮਦਾਸ ਦੇ ਖਜ਼ਾਨੇ ਦੀ ਲੁੱਟ ਆ ਜਿਹੜੀ, ਉਹ ਨਿਰੰਤਰ ਜਾਰੀ ਹੋਣ ਕਰਕੇ ਅੱਜ ਕਮੇਟੀ ਦੇ ਕੋਲ ਕੁਛ ਰਿਹਾ ਨਹੀਂ। ਇੱਕ ਕਮੇਟੀ ਦਿੱਲੀ ਆ, ਇੱਕ ਕਮੇਟੀ ਅੰਮ੍ਰਿਤਸਰ ਹੈ, ਇੱਕ ਕਮੇਟੀ ਪਟਨਾ, ਇਹਨਾਂ ਤਿੰਨਾਂ ਤੇ ਬਾਦਲ ਦਾ ਕਬਜ਼ਾ। ਇਹਨਾਂ ਤਿੰਨਾਂ ਦੇ ਕੋਲ ਕੁਛ ਨਹੀਂ ਰਿਹਾ, ਔਰ ਗ੍ਰੰਥੀ ਦਵਾਈ ਦੇ ਕੇ ਲੋਨ ਡੋਨੇਸ਼ਨ ਮੰਗ ਰਹੇ। ਹੋਰ ਕੋਈ ਕਮੇਟੀ, ਭਾਵੇਂ ਸਿੰਘ ਸਭਾ ਪ੍ਰਬੰਧਕ ਕਮੇਟੀ ਹੋਵੇ, ਨਹੀਂ ਮੰਗ ਰਹੀ। ਉਹ ਸੇਵਾ ਕਰ ਰਹੇ ਆ, ਬਹੁਤ ਸੇਵਾ ਕਰ ਰਹੇ ਆ। ਇੱਕ ਹਜੂਰ ਸਾਹਿਬ ਦੀ ਕਮੇਟੀ ਆ, ਉਹ ਦੇਸੀ ਘਿਓ ਦੇ ਲੰਗਰ ਲਾਉਣ ਡਏ, ਕਿਤੇ ਕੁਛ ਮੰਗਣ ਦੀ ਜ਼ਰੂਰਤ ਨਹੀਂ ਪਈ ਉਹਨਾਂ ਨੂੰ। ਪੌਂਟਾ ਸਾਹਿਬ ਆ, ਪਟਨਾ ਸਾਹਿਬ, ਆਪਣਾ ਹੇਮਕੁੰਡ ਆ, ਕਸ਼ਮੀਰ ਦੀ ਕਮੇਟੀ ਆ, ਪਾਕਿਸਤਾਨ ਦੀ ਕਮੇਟੀ ਆ, ਕਿਸੇ ਨੇ ਦਾਨ ਨਹੀਂ ਮੰਗਿਆ। ਆਪਣੇ ਆਪ ਜੋ ਕੁਛ ਆ ਰਿਹਾ ਬਹੁਤ ਵਧੀਆ। ਉਹ ਗੰਢੇ ਹੋਏ ਅਦਾਰੇ ਨੇ ਤੇ ਉਹਨਾਂ ਕੋਲ ਪੈਸਾ ਹੈ ਤੇ ਉਹਨਾਂ ਨੇ ਸੇਵਾ ਕੀਤੀ। ਇਹ ਖਾਲੀ ਕਰ ਚੁੱਕਾ। ਜਦੋਂ ਦਾ ਬਾਦਲ ਦੇ ਕਮਾਂਡ ਆਈ ਆ ਕਮੇਟੀ ਦੀ, ਅਕਾਲ ਤਖਤ ਦੀ ਹੱਥ 'ਚ, ਇਹਨੇ ਖਾਲੀ ਕਰਤਾ ਸਿੱਖ ਕੌਮ ਨੂੰ। ਬਹੁਤ ਧੰਨਵਾਦ। ਇਹ ਸਨ ਸਾਡੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਜਿਸ ਤਰੀਕੇ ਦਾ ਅਸੀਂ ਉਹਨਾਂ ਕੋਲੇ ਰਿਐਕਸ਼ਨ ਲੈਣਾ ਚਾਹੁੰਦੇ ਸੀਗੇ ਕਿ ਇਸ ਬਿਆਨ ਦਾ ਮਕਸਦ ਕੀ ਹੈ, ਮਤਲਬ ਕੀ ਨਿਕਲਦਾ ਇਸ ਬਿਆਨ ਦਾ, ਕਿ ਜਿੱਥੇ ਬਹੁਤ ਸਾਰੀਆਂ ਸਿੱਖ ਸੰਗਤਾਂ ਹੈਗੀਆਂ ਜਾਂ ਸਿੱਖ ਸੰਗਠਨ ਕਹਿ ਸਕਦੇ ਆ, ਉਹਨਾਂ ਦੇ ਵੱਲੋਂ ਖਾਲਿਸਤਾਨ ਦੀ ਮੰਗ ਵੀ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਲਗਾਤਾਰ ਖਾਲਿਸਤਾਨ ਦੇ ਵਾਸਤੇ ਜਿਹੜੀਆਂ ਉਹਨਾਂ ਦੇ ਵੱਲੋਂ ਗਤੀਵਿਧੀਆਂ ਜਿਹੜੀਆਂ ਲਗਾਤਾਰ ਕੀਤੀਆਂ ਜਾਂਦੀਆਂ, ਪਰ ਇਸ ਬਿਆਨ ਦੇ ਨਾਲ ਕੀ ਉਹ ਮੇਲ ਖਾਂਦੀਆਂ ਜਾਂ ਨਹੀਂ ਮੇਲ ਖਾਂਦੀਆਂ, ਤਾਂ ਸਪਸ਼ਟ ਤਰੀਕੇ ਤੇ ਦੱਸਿਆ ਹੈ ਕਿ ਇਸ ਬਿਆਨ ਦਾ ਮਤਲਬ ਵੀ ਇੱਕ ਰਾਜਨੀਤਿਕ ਪਾਰਟੀ ਦੇ ਹੁਕਮ ਅਨੁਸਾਰ ਦਿੱਤਾ ਗਿਆ ਬਿਆਨ ਹੈ। ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਇਸ ਤਰ੍ਹਾਂ ਦਾ ਬਿਆਨ ਹੈ ਜਿਹੜਾ ਕਿਸ ਤਰੀਕੇ ਦੇ ਨਾਲ ਸਿੱਖ ਸੰਗਤ ਇਹਨੂੰ ਦੇਖਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਹੈ ਜਿਹੜੇ ਉਹ ਰਹਿਣ ਵਾਲੇ ਆ। ਕੈਮਰਾ ਪਰਸਨ ਗੁਰਸਿਮਰਨ ਦੇ ਨਾਲ ਰਵੀ ਸੰਗਰਾਹੁਰ, ਵਿਜ਼ਨ ਪੰਜਾਬ TV, ਮੋਹਾਲੀ।